viruses. ठीक है, so DNA viruses की ने we have already discussed that the viruses are classified on the basis of their types of genome. ਠੀਕ ਹੈ, ਸੋ ਜੀਨੋਮ ਦੀ ਟਾਈਪ ਕੀ ਹੈ, ਉਹਦੇ ਬੇਸ ਤੇ ਆਪਾਂ ਵਾਇਰਸਸ ਨੂੰ ਕਲਾਸੀਫਾਈ ਕੀਤਾ ਹੋਇਆ ਹੈ। ਅਗਰ ਉਹਦਾ ਜੀਨੋਮ ਔਰ ਜੈਨੇਟਿਕ ਮਟੀਰੀਅਲ ਡੀਐਨਏ ਹੈ ਤਾਂ ਉਹਨੂੰ ਕਵਾਂਗੇ ਡੀਐਨਏ ਵਾਇਰਸਸ। ਅਗਰ ਜੈਨੇਟਿਕ ਮਟੀਰੀਅਲ ਆਰਐਨਏ ਹੈ ਦੈਨ ਆਰਐਨਏ ਵਾਇਰਸਸ। ਠੀਕ ਹੈ, ਐਂਡ ਔਨ ਦਾ ਬੇਸਿਸ ਆਫ ਮੋਡ ਆਫ ਰੈਪਲੀਕੇਸ਼ਨ, ਉਹ ਆਪਾਂ ਬੈਲਟੀਮੋਰ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਡਿਟੇਲ ਦੇ ਵਿੱਚ ਪੜਾਂਗੇ, ਬਟ ਜਸਟ ਟੂਡੇ ਵੀ ਵਿਲ ਡਿਸਕਸ ਅਬਾਊਟ ਦਾ ਡੀਐਨਏ ਵਾਇਰਸਸ। ਸੋ ਕਹਿੰਦੇ ਕਿ ਮੋਸਟਲੀ ਮੈਜੋਰਿਟੀ ਆਫ ਦਾ ਵਾਇਰਸਸ ਜਿਹੜੇ ਹੈਗੇ ਨੇ ਉਹਨਾਂ ਦਾ ਜੈਨੇਟਿਕ ਮਟੀਰੀਅਲ ਜਿਹੜਾ ਆ ਉਹ ਆਰਐਨਏ ਹੁੰਦਾ ਹੈ, ਜੀਨੋਮ ਆਰਐਨਏ ਹੈ। ਐਂਡ ਪਲਾਂਟਸ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪਲਾਂਟਸ ਦੇ ਵਿੱਚ ਜ਼ਿਆਦਾਤਰ ਜਿਹੜਾ ਹੈਗਾ ਆ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਉਹ ਆਰਐਨਏ ਵਾਇਰਸਸ ਹੀ ਹੁੰਦੇ ਨੇ। ਠੀਕ ਹੈ, ਐਂਡ ਐਨੀਮਲ ਵਾਇਰਸਸ ਦੇ ਵਿੱਚ ਕੁਝ ਡੀਐਨਏ ਵਾਇਰਸ ਹੁੰਦੇ ਨੇ, ਕੁਝ ਆਰਐਨਏ ਵਾਇਰਸ ਹੁੰਦੇ ਨੇ। ਅਗੇਨ ਇਹ ਜਿਹੜੇ ਆਰਐਨਏ ਵਾਇਰਸ ਜਾਂ ਡੀਐਨਏ ਵਾਇਰਸ ਹੈ ਇਹਨਾਂ ਨੂੰ ਫਰਦਰ ਕੈਟਾਗਰਾਈਜ਼ ਕੀਤਾ ਗਿਆ ਹੈ, ਸਿੰਗਲ ਸਟ੍ਰੈਂਡਡ ਡੀਐਨਏ, ਡਬਲ ਸਟ੍ਰੈਂਡਡ ਡੀਐਨਏ, ਸਿੰਗਲ ਸਟ੍ਰੈਂਡਡ ਆਰਐਨਏ, ਡਬਲ ਸਟ੍ਰੈਂਡਡ ਆਰਐਨਏ। ਠੀਕ ਹੈ, ਸੋ ਇਸ ਤਰੀਕੇ ਨਾਲ ਇਹਨਾਂ ਨੂੰ ਵਾਇਰਸਸ ਨੂੰ ਕੈਟਾਗਰਾਈਜ਼ ਕੀਤਾ ਗਿਆ ਹੈ। ਸੋ ਇਹਦੇ ਵਿੱਚ ਦੇਖਿਆ ਜਾਂਦਾ ਕਿ ਜਿਹੜੇ ਡੀਐਨਏ ਵਾਇਰਸਸ ਨੇ, the viruses which have with DNA as its genetic material and replicate using DNA dependent DNA polymerase। DNA polymerase ਦੀ ਹੈਲਪ ਦੇ ਨਾਲ ਕੀ ਹੈ ਰੈਪਲੀਕੇਟ ਕਰਦੇ ਨੇ। ਸੋ ਡੀਐਨਏ ਵਾਇਰਸ ਕੀ ਨੇ, ਉਹ ਵਾਇਰਸ ਜਿਨ੍ਹਾਂ ਦੇ ਵਿੱਚ ਜੈਨੇਟਿਕ ਮਟੀਰੀਅਲ ਡੀਐਨਏ ਹੁੰਦਾ ਹੈ ਐਂਡ ਇਹਨਾਂ ਦੀ ਰੈਪਲੀਕੇਸ਼ਨ ਦੇ ਵਿੱਚ ਡੀਐਨਏ ਪੋਲੀਮਰੇਜ਼ ਐਂਜ਼ਾਈਮ ਦੀ ਹੈਲਪ ਦੇ ਨਾਲ ਰੈਪਲੀਕੇਸ਼ਨ ਹੁੰਦੀ ਹੈ। ਠੀਕ ਹੈ, ਸੋ ਕਹਿੰਦੇ ਕਿ ਜਿਹੜੇ ਡੀਐਨਏ ਵਾਇਰਸਸ ਨੇ ਇਹ ਆਈਦਰ ਗਰੁੱਪ 1 ਐਂਡ ਗਰੁੱਪ 2 ਆਫ ਬੈਲਟੀਮੋਰ ਸਿਸਟਮ ਆਫ ਕਲਾਸੀਫਿਕੇਸ਼ਨ ਨੂੰ ਬਿਲੋਂਗ ਕਰਦੇ ਹੈ। ਮੈਂ ਤੁਹਾਨੂੰ ਸਟਾਰਟਿੰਗ ਦੇ ਲੈਕਚਰ ਦੇ ਵਿੱਚ ਦੱਸਿਆ ਸੀ ਕਿ ਬੈਲਟੀਮੋਰ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਬੈਲਟੀਮੋਰ ਨੇ ਵਾਇਰਸਸ ਨੂੰ 7 ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਔਨ ਦਾ ਬੇਸਿਸ ਆਫ देयर ਜੈਨੇਟਿਕ ਮਟੀਰੀਅਲ ਐਂਡ the mode of replication। ਠੀਕ ਹੈ, ਸੋ ਕਹਿੰਦੇ ਬੈਲਟੀਮੋਰ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਜਿਹੜੇ ਫਰਸਟ ਟਰੂ ਗਰੁੱਪ ਨੇ, ਗਰੁੱਪ 1 ਐਂਡ ਗਰੁੱਪ 2, ਉਹਦੇ ਵਿੱਚ ਸਾਰੇ ਡੀਐਨਏ ਵਾਇਰਸਸ ਰੱਖੇ ਹੋਏ ਆ। ਸੋ ਗਰੁੱਪ 1 ਦੇ ਵਿੱਚ ਕੀ ਹੈ, ਡਬਲ ਸਟ੍ਰੈਂਡਡ ਡੀਐਨਏ ਵਾਇਰਸ। ਠੀਕ ਹੈ, ਐਂਡ ਗਰੁੱਪ 2 ਦੇ ਵਿੱਚ ਹੈ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ। ਓਕੇ, ਸੋ ਕਹਿੰਦੇ ਕਿ ਜਿਹੜੇ ਡੀਐਨਏ ਵਾਇਰਸ ਹੈਗੇ ਆ ਇਹ ਪਲਾਂਟਸ ਦੇ ਵਿੱਚ ਰੇਅਰਲੀ ਮਿਲਦੇ ਆ। ਓਨਲੀ 17% ਜਿਹੜੇ ਹੈਗੇ ਨੇ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ ਹੈ ਉਹ ਪਲਾਂਟਸ ਦੇ ਵਿੱਚ ਮਿਲਦੇ ਨੇ, ਐਂਡ ਡਬਲ ਸਟ੍ਰੈਂਡਡ ਡੀਐਨਏ ਵਾਇਰਸ ਜਿਹੜੇ ਹੈਗੇ ਨੇ ਉਹ ਲੋਅਰ ਪਲਾਂਟਸ ਦੇ ਵਿੱਚ ਓਨਲੀ ਐਲਗੀ, ਯੂਕੈਰੀਓਟਿਕ ਐਲਗੀ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਇਨਫੈਕਟ ਕਰਦੇ ਆ। ਠੀਕ ਹੈ, ਸੋ ਪਲਾਂਟਸ ਦੇ ਵਿੱਚ ਮੋਸਟਲੀ ਆਰਐਨਏ ਵਾਇਰਸ ਹੁੰਦਾ ਆ। ਡੀਐਨਏ ਵਾਇਰਸ ਜਿਹੜੇ ਇਹਨਾਂ ਨੇ ਦੱਸਿਆ ਕਿ 17% ਤੱਕ ਜਿਹੜੇ ਹੈਗੇ ਨੇ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ ਨੇ, and double stranded DNA virus only lower plants especially in algae ਦੇ ਵਿੱਚ ਹੁੰਦੇ ਨੇ। ਓਕੇ, ਇਨਾ ਕਲੀਅਰ। ਉਸ ਤੋਂ ਬਾਅਦ ਹੈਗਾ ਕਿ ਕਹਿੰਦੇ ਪਲਾਂਟ ਐਨੀਮਲਸ ਐਂਡ ਬੈਕਟੀਰੀਆ ਦੇ ਵਿੱਚ ਅਗਰ ਕਹਿੰਦੇ ਕਿ ਪਲਾਂਟਸ ਨੂੰ ਆਪਾਂ ਬਾਕੀ ਟੈਕਸੋਨੋਮਿਕ ਕਿੰਗਡਮਸ ਦੇ ਨਾਲ ਕੰਪੇਅਰ ਕਰੀਏ ਤਾਂ ਦੇਖਿਆ ਜਾਂਦਾ ਕਿ 25% ਜਿਹੜੇ ਐਨੀਮਲ ਵਾਇਰਸਸ ਨੇ ਉਹ ਡੀਐਨਏ ਵਾਇਰਸ ਨੇ, ਐਂਡ 75% ਬੈਕਟੀਰੀਅਲ ਵਾਇਰਸ ਨੇ ਜਿਹੜੇ ਬੈਕਟੀਰੀਓਫੇਜ ਨੇ ਉਹ ਡੀਐਨਏ ਵਾਇਰਸ ਨੇ। ਠੀਕ ਹੈ, ਸੋ ਇਟ ਮੀਨਸ ਜਿਹੜਾ ਹੈਗਾ ਆ ਡੀਐਨਏ ਵਾਇਰਸ ਜਿਹੜੇ ਹੈਗੇ ਆ ਉਹ ਮੈਕਸਿਮਮ ਕਿਹਦੇ ਵਿੱਚ ਮਿਲਦੇ ਆ, ਬੈਕਟੀਰੀਆ ਦੇ ਵਿੱਚ, ਜਾਂ ਮੈਕਸਿਮਮ ਬੈਕਟੀਰੀਓਫੇਜ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜੈਨੇਟਿਕ ਮਟੀਰੀਅਲ ਕੀ ਹੈ, ਡੀਐਨਏ ਹੈ। ਓਕੇ, ਸੋ as I already discussed, this DNA virus is further divided into two types, single stranded DNA and double stranded DNA। ਹੁਣ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ ਜਿਹੜੇ ਪਲਾਂਟਸ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਪਲਾਂਟਸ ਦੇ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ ਨੇ ਜਿਹੜੇ ਕਹਿੰਦੇ ਕਿ ਐਕਚੁਅਲ ਦੇ ਵਿੱਚ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸ ਦੋ ਫੈਮਲੀਜ਼ ਨੂੰ ਬਿਲੋਂਗ ਕਰਦੇ ਹੈ, ਜੈਮਿਨੀ ਵਿਰਿਡੀ ਐਂਡ ਨੈਨੋਵਿਰਿਡੀ। ਥੀਸ ਆਰ ਅਗੇਨ the classification given by Baltimore। ਇਹ Baltimore ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਮੈਂ ਦੱਸੂਗੀ। ਸੋ ਜੈਮਿਨੀ ਵਿਰਿਡੀ ਐਂਡ ਨੈਨੋ ਵਿਰਿਡੀ ਫੈਮਲੀਜ਼ ਨੇ ਦੋ, ਜਿਨ੍ਹਾਂ ਦੇ ਵਿੱਚ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸਸ ਨੂੰ ਰੱਖਿਆ ਗਿਆ। ਸੋ ਜੈਮਿਨੀ ਵਿਰਿਡੀ ਦੇ ਵਿੱਚ ਫੈਮਲੀ ਜੈਮਿਨੀ ਵਿਰਿਡੀ ਕਹਿੰਦੇ ਲਾਰਜੈਸਟ ਫੈਮਿਲੀ ਹੈ ਜਿਹਦੇ ਵਿੱਚ ਸਿੰਗਲ ਸਟ੍ਰੈਂਡਡ ਡੀਐਨਏ ਵਾਇਰਸਸ ਨੇ। ਓਕੇ,
ਸੋ ਸਿੰਗਲ ਸਟੈਂਡਰਡ ਡੀਐਨਏ ਵਾਇਰਸਸ ਜਿਹੜੇ ਹੈਗੇ ਨੇ, ਜਿਹੜੇ ਕਿ ਪਲਾਂਟ ਨੂੰ ਇਨਫੈਕਟ ਕਰਦੇ ਆ, ਉਹ ਜੈਮਿਨੀ ਵਿਰਿਡੀ ਵਿੱਚ ਰੱਖੇ ਹੋਏ ਆ, ਫੈਮਿਲੀ ਜੈਮਿਨੀ ਵਿਰਿਡੀ। ਸੋ these are the examples of single stranded DNA viruses of plant. So bean golden mosaic virus, beet curly top virus, maize streak virus, maize streak virus, maize streak virus, then tomato pseudo curly top virus. ठीक है, these are the uh, examples of single stranded DNA plant viruses. Next आ गया डबल स्टैंडर्ड डीएनए प्लांट वायरसेस। सो डबल स्टैंडर्ड डीएनए प्लांट वायरसेस अगेन ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਇਹ ਬਹੁਤ ਰੇਅਰ ਹੁੰਦੇ ਨੇ ਔਰ ਸਿਰਫ ਇਹ ਲੋਅਰ ਪਲਾਂਟਸ ਸਪੈਸ਼ਲੀ ਇਨ ਐਲਗੀ ਦੇ ਵਿੱਚ ਹੀ ਮਿਲਦੇ ਆ। ਠੀਕ ਹੈ, ਸੋ ਇਹਦੇ ਵਿੱਚ ਕੀ ਹੈ ਕਿ ਇਹਨਾਂ ਦੀ ਇਕਨੋਮਿਕ ਇੰਪੋਰਟੈਂਸ ਵੀ ਨਾਲ ਦੱਸੀ ਹੋਈ ਹੈ। ਡਬਲ ਸਟੈਂਡਰਡ ਡੀਐਨਏ ਵਾਇਰਸਸ ਨੇ ਜਿਹੜੇ ਐਲਗੀ ਦੇ ਉੱਪਰ ਅਟੈਕ ਕਰਦੇ ਆ, ਉਹ ਕੀ ਕਰਦੇ ਆ ਐਲਗੀ ਦੇ ਵਿੱਚ। ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕੀਤਾ ਸੀ ਕਿ ਐਲਗਲ ਬਲੂਮ ਆਪਾਂ ਕਹਿੰਦੇ ਆ ਕਿ ਜਦੋਂ ਫੋਰ ਐਗਜ਼ਾਮਪਲ ਆਪਣੇ ਏਰੀਆਜ਼ ਦੇ ਵਿੱਚ ਜਿਹੜੇ ਪੌਂਡ ਨੇ, ਵਾਟਰ ਬੋਡੀਜ਼ ਨੇ, ਉਹਨਾਂ ਦੇ ਵਿੱਚ ਐਕਸੈਸਿਵ ਗਰੋਥ ਹੋ ਜਾਂਦੀ ਹੈ ਐਲਗੀ ਦੀ, ਤਾਂ ਉੱਪਰੋਂ ਗ੍ਰੀਨਿਸ਼ ਕਲਰ ਨਜ਼ਰ ਆਉਂਦਾ ਨਾ, ਐਕਚੁਅਲ ਦੇ ਵਿੱਚ ਉਹ ਐਲਗੀ ਹੁੰਦੀ ਹੈ। ਸੋ ਜਦੋਂ ਐਲਗੀ ਦੀ ਐਕਸੈਸਿਵ ਗਰੋਥ ਹੋ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਆ ਐਲਗਲ ਬਲੂਮ। ਔਰ ਕੁਝ ਐਲਗੀ ਜਿਹੜੀਆਂ ਹੈਗੀਆਂ ਨੇ, ਉਹਨਾਂ ਦਾ ਜਿਹੜਾ ਐਲਗਲ ਬਲੂਮ ਹੈ ਉਹ ਡੇਂਜਰਸ ਹੁੰਦਾ ਹੈ। ਉਹ ਕੁਝ ਕੈਮੀਕਲ ਸਕ੍ਰੀਟ ਕਰਦਾ ਆ ਜਿਹੜਾ ਕਿ ਐਕੁਆਟਿਕ ਇਨਵਾਇਰਮੈਂਟ ਹੈ, ਜਿਹੜੇ ਐਕੁਆਟਿਕ ਆਰਗੇਨਿਜ਼ਮਸ ਨੇ ਉਹਨਾਂ ਲਈ ਹਾਰਮਫੁਲ ਹੁੰਦਾ ਹੈ। ਠੀਕ ਹੈ, ਸੋ ਅਗਰ ਇਸ ਐਲਗਲ ਬਲੂਮ ਨੂੰ ਰੋਕਣਾ ਆ ਤਾਂ ਉਹਨਾਂ ਲਈ ਕੀ ਹੈ, ਇੱਕ ਬਾਇਓਲੋਜੀਕਲ ਵੇ ਜਿਹੜਾ ਹੈਗਾ ਐਲਗਲ ਬਲੂਮ ਨੂੰ ਕੰਟਰੋਲ ਕਰਨ ਲਈ, ਦੈਟ ਇਜ਼ ਦ ਇਨਫੈਕਸ਼ਨ ਆਫ ਡਬਲ ਸਟ੍ਰੈਂਡਡ ਡੀਐਨਏ ਵਾਇਰਸਸ। ਡਬਲ ਸਟ੍ਰੈਂਡਡ ਡੀਐਨਏ ਵਾਇਰਸਸ ਅਗਰ ਉਹ ਐਲਗੀ ਨੂੰ ਦੇ ਉੱਪਰ ਅਟੈਕ ਕਰਨਗੇ ਤਾਂ ਐਲਗੀ ਨੂੰ ਜਿਹੜਾ ਹੈਗਾ ਡਿਸਰਪਚਰ ਕਰ ਦੇਣਗੇ ਔਰ ਐਲਗਲ ਬਲੂਮ ਜਿਹੜਾ ਹੋ ਜਾਏਗਾ ਜਾਂ ਐਲਗੀ ਦੀ ਗਰੋਥ ਹੈ ਉਹ ਘੱਟ ਹੋ ਜਾਏਗੀ। ਠੀਕ ਹੈ, ਸੋ ਦਿਸ ਇਜ਼ ਵਨ ਆਫ ਦ ਇੰਪੋਰਟੈਂਸ ਆਫ ਇਕੋਲੋਜੀਕਲ ਇੰਪੋਰਟੈਂਸ ਆਫ ਵਾਇਰਸਸ। ਨਾਓ ਨੈਕਸਟ ਇਜ਼ ਐਨੀਮਲ ਵਾਇਰਸਸ। ਐਨੀਮਲ ਵਾਇਰਸਸ ਦੇ ਵਿੱਚ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਜਿਹੜਾ 25% ਜਿਹੜਾ ਹੈਗਾ ਉਹਦੇ ਵਿੱਚ ਡੀਐਨਏ ਵਾਇਰਸਸ ਹੁੰਦੇ ਨੇ, ਜਿਹਦੇ ਵਿੱਚ ਉਹ ਕਹਿ ਰਿਹਾ 8 ਫੈਮਲੀਜ਼ ਜਿਹੜੀਆਂ ਹੈਗੀਆਂ ਨੇ ਐਨੀਮਲ ਦੇ ਵਿੱਚ, 8 ਫੈਮਲੀਜ਼ ਦੇ ਵਿੱਚ ਡੀਐਨਏ ਵਾਇਰਸ ਹੁੰਦਾ ਹੈ, ਡੀਐਨਏ ਹੁੰਦਾ ਐਜ਼ ਅ ਜੈਨੇਟਿਕ ਮਟੀਰੀਅਲ, ਐਂਡ 16 ਫੈਮਲੀਜ਼ ਨੇ ਵਾਇਰਸ ਦੀਆਂ ਜਿਨ੍ਹਾਂ ਦੇ ਵਿੱਚ ਆਰਐਨਏ ਐਜ਼ ਅ ਜੈਨੇਟਿਕ ਮਟੀਰੀਅਲ ਹੁੰਦਾ ਹੈ। ਓਕੇ, ਸੋ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਹਿਊਮਨ ਦੀਆਂ ਐਗਜ਼ਾਮਪਲ ਨੇ ਦ ਵਾਇਰਸਸ ਵਿਚ ਹੈਜ਼ ਡੀਐਨਏ ਐਜ਼ ਅ ਜੈਨੇਟਿਕ ਮਟੀਰੀਅਲ, ਐਡੀਨੋ ਵਾਇਰਸ, ਹਰਪਸ ਵਾਇਰਸ, ਪੌਕਸ ਵਾਇਰਸ ਨੇ, ਚਿਕਨ ਪੌਕਸ ਹੋ ਗਿਆ, ਸਮਾਲ ਪੌਕਸ ਹੋ ਗਿਆ, these viruses as a genetic material, DNA as a genetic material. So next is bacteriophage. So ਆਪਾਂ ਆਲਰੇਡੀ ਦੇਖ ਚੁੱਕੇ ਹਾਂ ਕਿ 25% ਜਿਹੜੇ ਹੈਗੇ ਨੇ ਐਨੀਮਲਸ ਦੇ ਵਿੱਚ 25% ਵਾਇਰਸਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਡੀਐਨਏ ਹੁੰਦਾ ਹੈ। ਬਟ ਬੈਕਟੀਰੀਅਲ ਵਾਇਰਸਸ ਦੇ ਵਿੱਚ 75% ਜਿਹੜੇ ਵਾਇਰਸ ਨੇ ਉਹਨਾਂ ਦੇ ਵਿੱਚ ਡੀਐਨਏ ਐਜ਼ ਅ ਜੈਨੇਟਿਕ ਮਟੀਰੀਅਲ ਹੁੰਦਾ। ਦੈਟਸ ਵਾਈ ਤੁਹਾਡੇ ਸਿਲੇਬਸ ਦੇ ਵਿੱਚ ਜਦੋਂ ਉਹਨਾਂ ਨੇ ਲਿਖਿਆ ਨਾ ਡੀਐਨਏ ਵਾਇਰਸ, ਤਾਂ ਬ੍ਰੈਕਟ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਟੀ ਫੇਜ, ਮੀਨਸ ਉਹਨਾਂ ਨੇ ਤੁਹਾਡੇ ਸਿਲੇਬਸ ਦੇ ਵਿੱਚ ਹੀ ਮੈਂਸ਼ਨ ਕੀਤਾ ਕਿ ਆਰਐਨਏ ਡੀਐਨਏ ਵਾਇਰਸ ਤੁਸੀਂ ਬੈਕਟੀਰੀਓਫੇਜ ਕਰਨਾ ਆ। ਠੀਕ ਹੈ, ਕਿਉਂ? ਕਿਉਂਕਿ ਬੈਕਟੀਰੀਓਫੇਜ ਦੇ ਵਿੱਚ ਮੈਕਸਿਮਮ ਜਿਹੜੇ ਵਾਇਰਸ ਨੇ, ਬੈਕਟੀਰੀਅਲ ਵਾਇਰਸ ਨੇ, ਉਹਨਾਂ ਦੇ ਵਿੱਚ ਜੈਨੇਟਿਕ ਮਟੀਰੀਅਲ ਡੀਐਨਏ ਹੁੰਦਾ ਹੈ। ਠੀਕ ਹੈ, ਸੋ ਉੱਪਰ ਵਾਲਾ ਜਿੰਨਾ ਅਸੀਂ ਅਜੇ ਤੱਕ ਕੀਤਾ ਹੈ ਇੱਕ ਜਸਟ ਬਰੀਫਿੰਗ ਸੀ ਕਿ ਡੀਐਨਏ ਵਾਇਰਸ ਜਿਹੜੇ ਹੈਗੇ ਨੇ ਪਲਾਂਟਸ ਵਿੱਚ ਕਿੰਨੇ ਆ, ਐਨੀਮਲਸ ਦੇ ਵਿੱਚ ਕਿੰਨੇ ਨੇ, ਬਟ ਮੇਨ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਦੈਟ ਇਜ਼ ਬੈਕਟੀਰੀਓਫੇਜ। ਅਗਰ ਤੁਹਾਨੂੰ ਕੁਐਸਚਨ ਆਂਦਾ ਡੀਐਨਏ ਵਾਇਰਸ ਨੂੰ ਐਕਸਪਲੇਨ ਕਰੋ, then you have to explain bacteriophage, the structure of, agar koi question aanda hai describe the structure of DNA virus, describe the replication of DNA virus, then ਤੁਸੀਂ bacteriophage ਨੂੰ describe ਕਰ ਸਕਦੇ ਹੋ। ਠੀਕ ਹੈ, ਅਗਰ ਕੁਐਸਚਨ ਆਂਦਾ ਹੈ ਕਿ bacteriophage ਨੂੰ describe ਕਰੋ, bacteriophage ਦਾ structure describe ਕਰੋ, bacteriophage ਦੀ replication describe ਕਰੋ, ਤਾਂ ਉਹ ਕੀ ਹੈ, ਅਗੇਨ ਉਹ DNA ਵਾਇਰਸ ਹੈ। ਠੀਕ ਹੈ, ਸੋ bacteriophage ਆਪਾਂ ਆਲਰੇਡੀ ਇਹ ਵੀ ਕੀਤਾ ਹੋਇਆ। ਬੈਕਟੀਰੀਓਫੇਜ ਕੀ ਨੇ? ਬੈਕਟੀਰੀਅਲ ਵਾਇਰਸ। ਠੀਕ ਹੈ, ਫੇਜ ਦਾ ਮੀਨਿੰਗ ਹੁੰਦਾ ਈਟ ਕਰਨਾ, ਬੈਕਟੀਰੀਆ ਨੂੰ ਈਟ ਕਰਨ ਵਾਲੇ ਵਾਇਰਸਸ, ਉਹਨਾਂ ਨੂੰ ਆਪਾਂ ਕਹਿੰਦੇ ਆ ਬੈਕਟੀਰੀਓਫੇਜ। ਐਂਡ ਬੈਕਟੀਰੀਓਫੇਜ ਵਰ ਡਿਸਕਵਰਡ ਬਾय
ਟਵॉट, ਇਹ ਵੀ ਆਪਾਂ ਆਲਰੇਡੀ ਕਰ ਚੁੱਕੇ ਹਾਂ ਹਿਸਟਰੀ ਦੇ ਵਿੱਚ ਕਿ ਟਵॉट ਨੇ ਇਹਨੂੰ ਫਸਟ ਟਾਈਮ ਡਿਸਕਵਰ ਕੀਤਾ ਸੀ। ਐਂਡ the term bacteriophage and the naming of that virus which are causing which are attacking on the bacteria, that viruses are known as bacteriophage. So this term bacteriophage was coined by Harele, ठीक है। सो हैरेले ने टर्म coin ਕੀਤੀ ਸੀ। ਓਕੇ, ਸੋ ਕਹਿੰਦੇ ਕਿ ਜਿਹੜੇ ਬੈਕਟੀਰੀਓਫੇਜ ਨੇ ਇਹ ਬੈਕਟੀਰੀਆ ਨੂੰ ਤਾਂ ਇਨਫੈਕਟ ਕਰਦੇ ਹੀ ਨੇ, ਨਾਲ ਕੀ ਹੈ ਆਰਕੀ, ਆਰਕੀ ਬੈਕਟੀਰੀਆ ਪੜਿਆ ਸੀ ਨਾ ਆਪਾਂ ਥੋੜਾ ਜਿਹਾ, ਤੁਹਾਨੂੰ ਮੈਂ ਦੱਸਿਆ ਸੀ ਆਰਕੀ ਬੈਕਟੀਰੀਆ ਪ੍ਰਿਮਿਟਿਵ ਬੈਕਟੀਰੀਆ ਨੇ ਜਿਹੜੇ, ਉਹਨਾਂ ਨੂੰ ਵੀ ਇਨਫੈਕਟ ਕਰਦੇ ਆ। ਓਕੇ, ਸੋ ਬੈਕਟੀਰੀਓਫੇਜ ਦੇ ਵਿੱਚ ਮੋਸਟਲੀ ਕਹਿੰਦੇ ਕਿ ਜਿਹੜਾ ਬੈਕਟੀਰੀਓਫੇਜ ਆਪਾਂ ਸਟੱਡੀ ਕੀਤਾ ਹੋਇਆ that is the bacteriophage which are attacking on E. coli, Escherichia coli ਬੈਕਟੀਰੀਆ ਦੇ ਉੱਪਰ ਇਨਫੈਕਸ਼ਨ ਕਾਜ਼ ਕਰਦਾ ਜਿਹੜਾ, ਉਹ ਵਾਲੇ ਬੈਕਟੀਰੀਓਫੇਜ ਨੂੰ ਜ਼ਿਆਦਾਤਰ ਸਟੱਡੀ ਕੀਤਾ ਗਿਆ ਹੈ। ਔਰ ਉਹਨਾਂ ਬੈਕਟੀਰੀਓਫੇਜਸ ਨੂੰ ऑड एंड ਈਵਨ ਨੰਬਰ ਟੀ ਫੇਜ ਕਹਿੰਦੇ ਆ। ਸੋ ਉਹ ਵਾਲੇ ਬੈਕਟੀਰੀਓਫੇਜ, ਉਹ ਵਾਲੇ ਬੈਕਟੀਰੀਆ ਵਾਇਰਸ ਜਿਹੜੇ ਈ ਕੋਲਾਈ ਬੈਕਟੀਰੀਆ ਦੇ ਉੱਪਰ ਇਨਫੈਕਸ਼ਨ ਕਰਦੇ ਆ ਜਾਂ ਅਟੈਕ ਕਰਦੇ ਆ, ਉਹਨਾਂ ਨੂੰ ਟੀ ਫੇਜ ਵੀ ਕਹਿੰਦੇ ਨੇ ਜਾਂ ਕੋਲੀਫੇਜ, ਕੋਲਾਈ ਤੋਂ ਕੋਲੀਫੇਜ ਔਰ ਟੀ ਫੇਜ। ਓਕੇ, ਐਂਡ these are further categorized into even and odd phases. Even phases means T2, T4, T6 and odd phases means T1, T3, T5. ਓਕੇ, ਕਿਉਂ ਆਪਾਂ ਇਹਨਾਂ ਨੂੰ ਫਰਦਰ ਕੈਟਾਗਰਾਈਜ਼ ਕੀਤਾ? ਕਿਉਂਕਿ ਤੁਹਾਨੂੰ ਪਤਾ ਹੈ ਕਿ ਬੈਕਟੀਰੀਅਲ ਸਟ੍ਰੇਨ ਵੀ ਜਿਹੜੀਆਂ ਹੈਗੀਆਂ ਨੇ, ਅਗਰ ਆਪਾਂ ਈ ਕੋਲਾਈ ਦੀ ਗੱਲ ਕਰ ਰਹੇ ਹਾਂ ਤਾਂ ਈ ਕੋਲਾਈ ਵੀ ਇੱਕ ਬੈਕਟੀਰੀਆ ਨਹੀਂ ਕੋਈ ਹੈਗਾ, ਉਹਦੀਆਂ ਵੀ ਅੱਗੇ ਫਰਦਰ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ। ਸੋ ਹੁਣ ਈ ਕੋਲਾਈ ਦੀ ਕਿਹੜੀ ਫਾਰਮ ਨੂੰ ਕਿਹੜਾ ਵਾਇਰਸ ਅਟੈਕ ਕਰ ਰਿਹਾ, ਉਹਦੇ ਬੇਸ ਤੇ ਉਹਨਾਂ ਦੀ ਫਰਦਰ ਜਿਹੜੀ ਹੈਗੀ ਹੈ ਵਾਇਰਸਸ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ। ਓਕੇ, ਨੈਕਸਟ ਹੈਗਾ ਆਪਣਾ ਸਟਰਕਚਰ ਆਫ ਬੈਕਟੀਰੀਓਫੇਜ। ਸੋ ਸਟਾਰਟਿੰਗ ਦੇ ਵਿੱਚ ਅਸੀਂ ਕੀਤਾ ਸੀ ਕਿ ਜਿਹੜੇ ਵਾਇਰਸਸ ਹੁੰਦੇ ਨੇ ਉਹਨਾਂ ਦੇ ਵਿੱਚ ਮੇਨ 3 ਟਾਈਪ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਸਟਰਕਚਰ ਜਿਹੜਾ ਹੈਗਾ ਔਨ ਦ ਬੇਸਿਸ ਆਫ देयर ਸਟਰਕਚਰ viruses are classified into 3 types। ਇੱਕ ਆਪਾਂ ਕੀਤਾ ਸੀ ਰੋਡ ਸ਼ੇਪ, ਹਨਾ, ਦੂਸਰਾ ਆਪਾਂ ਕੀਤਾ ਸੀ ਰੋਡ ਸ਼ੇਪ ਜਾਂ ਹੈਲੀਕਲ, ਸੈਕਿੰਡ ਆਪਾਂ ਕੀਤਾ ਸੀ ਸਫੈਰੀਕਲ ਜਾਂ ਕਿਊਬੋਇਡਲ ਸਟਰਕਚਰ ਵਗੈਰਾ ਹੋ ਗਏ, ਹਨਾ, ਸਫੈਰੀਕਲ ਰਾਉਂਡ ਸਟਰਕਚਰ ਹੋਏਗਾ, ਐਂਡ ਥਰਡ ਆਪਾਂ ਕੀਤਾ ਸੀ ਕੰਪਲੈਕਸ ਸਟਰਕਚਰ ਦੇ ਵਿੱਚ ਮੈਂ ਗੱਲ ਕੀਤੀ ਸੀ ਬੈਕਟੀਰੀਓਫੇਜਸ ਦੀ। ਐਂਡ ਬੈਕਟੀਰੀਓਫੇਜਸ ਦੇ ਵਿੱਚ ਆਪਾਂ ਮੈਂਸ਼ਨ ਕੀਤਾ ਸੀ ਕਿ ਇਹਨਾਂ ਦਾ ਇੱਕ ਸਪੈਸ਼ਲ ਸਟਰਕਚਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਟੈਡਪੋਲ ਲਾਈਕ ਸਟਰਕਚਰ ਹੁੰਦਾ ਹੈ। ਟੈਡਪੋਲ ਟਰਮ ਕਿੱਥੋਂ ਆਈ ਹੈ? from the larvae of frog। okay, ठीक है। so ਬੈਕਟੀਰੀਓਫੇਜ ਜਿਹੜਾ ਹੈਗਾ ਆ ਉਹਦਾ ਸਟਰਕਚਰ ਐਕਚੁਅਲ ਦੇ ਵਿੱਚ ਟੈਡਪੋਲ ਲਾਈਕ ਸਟਰਕਚਰ ਹੁੰਦਾ ਆ। ਟੈਡਪੋਲ ਹੈਜ਼, this is the structure of bacteriophage। so T4 bacteriophage ਦਾ ਸਟਰਕਚਰ ਹੈ which has a tadpole like structure, and this tadpole like structure consists of 2 main parts, head portion and this long one is tail। ठीक है, मेन 2 पार्ट्स ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈਡ ਐਂਡ ਟੇਲ। ਹੈਡ ਜਿਹੜਾ ਹੈਗਾ ਇਟ ਇਜ਼ ਅ ਪੋਲੀਹਿਡਰਲ ਸਟਰਕਚਰ, ਹੈਗਜ਼ਾਗੋਨਲ ਜਿਹਾ ਸਟਰਕਚਰ ਬਣਿਆ ਹੋਇਆ ਉੱਪਰ ਪ੍ਰਿਜ਼ਮ ਟਾਈਪ। ਠੀਕ ਹੈ, ਪੋਲੀਹਿਡਰਲ ਸਟਰਕਚਰ ਹੁੰਦਾ ਆ। ਜਿਹੜੀ ਇਹ ਬਾਹਰ ਵਾਲੀ ਆਪਾਂ ਨੂੰ ਕੋਟਿੰਗ ਨਜ਼ਰ ਆ ਰਹੀ ਹੈ, ਦਿਸ ਇਜ਼ ਕੈਪਸਿਡ। ਇੱਕ ਕੈਪਸਿਡ ਦਾ ਪੋਲੀਹਿਡਰਲ ਹੈਡ ਬਣਿਆ ਹੋਇਆ ਹੈ, ਐਂਡ ਇਸ ਪੋਲੀਹਿਡਰਲ ਹੈਡ ਦੇ ਅੰਦਰ ਸੈਂਟਰ ਦੇ ਵਿੱਚ ਕੋਰ ਦੇ ਵਿੱਚ ਡਬਲ ਸਟੈਂਡਰਡ ਡੀਐਨਏ ਹੈਲਿਕਸ ਜਾਂ ਡਬਲ ਸਟੈਂਡਰਡ ਡੀਐਨਏ ਸਟਰਕਚਰ ਪ੍ਰੈਜ਼ੈਂਟ ਹੋਏਗਾ, जीनोम जेनेटिक मटेरियल। नाउ नेक्स्ट इज दिस स्मॉल वन इज नेक। ओके, एंड एक कंप्लीट टेल है। टेल ਦੇ ਵਿੱਚ ਕੀ ਹੈ? this tail is again surrounded by a sheath ਕਹਿੰਦੇ ਆ ਇਹਨੂੰ ਅਸੀਂ, ਜਿਹੜਾ ਇਹ ਇਹਨਾਂ ਨੇ ਬਲੂਇਸ਼ ਜਿਹਾ ਦਿਖਾ ਰਹੇ ਆ ਨਾ ਤੁਹਾਨੂੰ, this sheath is again made up of protein। ਐਕਚੁਅਲ ਦੇ ਵਿੱਚ ਬਾਕੀ ਸਾਰੇ ਬਾਹਰ ਵਾਲਾ ਜਿੰਨਾ ਵੀ ਪੋਰਸ਼ਨ ਆਪਾਂ ਨੂੰ ਨਜ਼ਰ ਆਉਂਦਾ ਐਕਚੁਅਲ ਦੇ ਵਿੱਚ ਪ੍ਰੋਟੀਨ ਦਾ ਹੀ ਬਣਿਆ ਹੁੰਦਾ ਹੈ। ਠੀਕ ਹੈ, ਸੋ ਇਹ ਸ਼ੀਥ ਪ੍ਰੈਜ਼ੈਂਟ ਹੈ। ਸੋ ਅਪਰ ਵਨ ਇਜ਼ ਹੈਡ ਤੋਂ ਬਾਅਦ ਇਹ ਨੈਕ ਤੋਂ ਬਾਅਦ ਟੇਲ ਦੇ ਵਿੱਚ ਕੀ ਹੈ? ਇਹ ਵਾਲਾ ਜਿਹੜਾ ਪੋਰਸ਼ਨ ਹੈ ਸ਼ੀਥ, ਔਰ ਸ਼ੀਥ ਦੇ ਅੰਦਰ ਇੱਕ ਕੋਰ ਪ੍ਰੈਜ਼ੈਂਟ ਹੁੰਦੀ ਹੈ, ਇੱਕ ਹੋਲੋ ਕੋਰ ਨਜ਼ਰ ਆਉਂਦੀ ਹੈ।
ਐਂਡ ਸ਼ੀਥ ਦੇ ਫਿਨਿਸ਼ ਹੋਣ ਤੋਂ ਬਾਅਦ ਨੀਚੇ ਆਂਦਾ ਹੈ ਬੇਸ ਤੇ ਬੇਸਲ ਪਲੇਟ। ਬੇਸ ਪਲੇਟ ਇਹਨੂੰ ਆਪਾਂ ਕਹਿੰਦੇ ਆ, ਇੱਕ ਰਾਉਂਡ ਸਟਰਕਚਰ ਹੁੰਦਾ ਹੈ। ਇਸ ਬੇਸਲ ਪਲੇਟ ਤੋਂ 6 ਟੇਲ ਫਾਈਬਰਸ ਇਮਰਜ ਹੁੰਦੇ ਆ, 6 ਟੇਲ ਫਾਈਬਰਸ। ਓਕੇ, ਸੋ ਦਿਸ ਇਜ਼ ਦ ਇੰਟਰਨਲ ਸਟਰਕਚਰ। ਹੈਡ, ਹੈਡ ਦੇ ਅੰਦਰ ਡੀਐਨਏ। ਓਕੇ, ਦਿਸ ਸਮਾਲ ਵਨ ਇਜ਼ ਨੈਕ, ਨੈਕ ਤੋਂ ਬਾਅਦ ਇਹ ਆ ਗਈ ਤੁਹਾਡੀ ਟੇਲ। ਟੇਲ ਦੇ ਵਿੱਚ ਬਾਹਰ ਜਿਹੜਾ ਇਹਨਾਂ ਨੇ ਸ਼ੋ ਕੀਤਾ ਹੋਇਆ ਹੈ ਸ਼ੀਥ, ਵਿਚ ਇਜ਼ ਅਗੇਨ ਅ ਮੇਡ ਅਪ ਆਫ ਪ੍ਰੋਟੀਨ। ਐਂਡ ਸ਼ੀਥ ਦੇ ਅੰਦਰ ਕੀ ਹੈ, ਇਹ ਹੋਲੋ ਕੋਰ ਪ੍ਰੈਜ਼ੈਂਟ ਹੈ, ਇੱਕ ਪੈਸੇਜ ਪ੍ਰੈਜ਼ੈਂਟ ਹੈ, ਕੋਰ। ਇਸ ਪੈਸੇਜ ਦੇ ਥਰੂ ਜਦੋਂ ਇਹ ਬੈਕਟੀਰੀਓਫੇਜ ਬੈਕਟੀਰੀਆ ਦੇ ਉੱਪਰ ਅਟੈਕ ਕਰਦਾ ਆ, ਤਾਂ ਹੈਡ ਤੋਂ ਬੈਕਟੀਰੀਆ ਦੇ ਵਿੱਚ ਕਿੱਦਾਂ ਇਹ ਇੰਜੈਕਟ ਕਰਦਾ ਆਪਣਾ ਜੈਨੇਟਿਕ ਮਟੀਰੀਅਲ ਡੀਐਨਏ। ਸੋ ਦਿਸ ਪੈਸੇਜ ਦੇ ਥਰੂ, ਦਿਖ ਰਿਹਾ ਨਾ ਇਸ ਇਮੇਜ ਦੇ ਵਿੱਚ। ਸੋ ਜੈਨੇਟਿਕ ਮਟੀਰੀਅਲ ਇੱਥੇ ਪ੍ਰੈਜ਼ੈਂਟ ਸੀ, ਇਸ ਪੈਸੇਜ ਦੇ ਥਰੂ ਜਿਹੜਾ ਹੈਗਾ ਆ ਡੀਐਨਏ। ਫॉर एग्जांपल दिस इज द, ਇਹ ਜਿਹੜਾ ਇਹ ਪਾਰਟ ਹੈ ਨਾ, ਇਹ ਬੈਕਟੀਰੀਆ ਦਾ ਸੈੱਲ ਹੈ, ਬੈਕਟੀਰੀਆ ਆ ਇਹ। ਸੋ ਬੈਕਟੀਰੀਆ ਦੇ ਵਿੱਚ ਇੰਜੈਕਟ ਕਰ ਰਿਹਾ। ਸੋ ਹੁਣ ਇਹ ਜਿਹੜੀ ਟੇਲ ਫਾਈਬਰ ਨੇ, ਟੇਲ ਫਾਈਬਰ ਦਾ ਕੀ ਕੰਮ ਹੈ, ਇਹ ਕੀ ਅਟੈਚਮੈਂਟ ਦੇ ਵਿੱਚ ਹੈਲਪ ਕਰ ਰਹੇ ਆ। ਸੋ ਬੈਕਟੀਰੀਓਫੇਜ ਬੈਕਟੀਰੀਆ ਦੇ ਉੱਪਰ ਆ ਕੇ ਟੇਲ ਫਾਈਬਰ ਦੀ ਹੈਲਪ ਦੇ ਨਾਲ ਅਟੈਚ ਹੋ ਜਾਂਦਾ ਆ। ਸੋ ਇਸ ਤਰੀਕੇ ਨਾਲ ਸਟਰਕਚਰ ਬਣਾ ਦਿੰਦਾ ਫਿਰ ਇਹ ਟੇਲ ਫਾਈਬਰ। ਜਿਹੜੇ ਹੈਗੇ ਨੇ ਇਸ ਤਰੀਕੇ ਨਾਲ ਅਟੈਚਮੈਂਟ ਹੁੰਦੀ ਹੈ ਇਹਨਾਂ ਦੀ। ਔਰ ਜਿਹੜੀ ਬੇਸਲ ਪਲੇਟ ਸੀ ਇਹ ਯੈਲੋਇਸ਼ ਕਲਰ ਦੀ ਨਜ਼ਰ ਆ ਰਹੀ ਹੈ। ਜੋ ਬੇਸਲ ਪਲੇਟ ਸੀ, ਇਹਦੇ ਵਿੱਚ ਸ਼ੋ ਨਹੀਂ ਕੀਤਾ ਇਹਨਾਂ ਨੇ। ਬੇਸਲ ਪਲੇਟ ਦੇ ਵਿੱਚ ਟੇਲ ਫਾਈਬਰ ਦੇ ਨਾਲ ਨਾਲ ਨੀਚੇ ਇੱਕ ਸਪਾਈਕਸ ਵੀ ਲੱਗੇ ਹੁੰਦੇ ਆ। ਇਸ ਇਮੇਜ ਦੇ ਵਿੱਚ ਸ਼ੋ ਕਰ ਰਿਹਾ ਇਹ ਵਾਲੇ, these are the spikes। ਠੀਕ ਹੈ, ਇੱਕ ਪੁਆਇੰਟਡ ਜੇ ਸਟਰਕਚਰ ਹੁੰਦੇ ਨੇ, ਪਿਨ ਲਾਈਕ ਸਟਰਕਚਰ ਹੁੰਦਾ ਆ, ਪੁਆਇੰਟਡ ਸਟਰਕਚਰ, ਜਿਹੜੇ ਕੀ ਹੈਲਪ ਕੀ ਕਰਦੇ ਆ, ਹੋਲ ਕ੍ਰੀਏਟ ਕਰਨ ਦੇ ਲਈ। ਜਿਹੜਾ ਬੈਕਟੀਰੀਆ ਸੈੱਲ ਹੈ ਇਹਦੇ ਵਿੱਚ ਉਹਨਾਂ ਨੇ ਕੀ ਹੈ, ਪੈਸੇਜ ਤਾਂ ਹੀ ਕ੍ਰੀਏਟ ਹੋਏਗਾ ਨਾ, ਇਹਦੀ ਸੈੱਲ ਵਾਲ ਨੂੰ ਰਪਚਰ ਕਰਨ ਲਈ ਇਹ ਕੀ ਹੈ, ਉਹ ਪਿੰਸ ਨੂੰ ਇਹਦੇ ਵਿੱਚ ਪ੍ਰੈਸ ਕਰਦੇ ਆ। ਓਕੇ, ਉਹਦੇ ਨਾਲ ਕੀ ਹੈ, ਸੈੱਲ ਵਾਲ ਜਿਹੜੀ ਹੈਗੀ ਸੀ ਬੈਕਟੀਰੀਆ ਦੀ, ਸੈੱਲ ਵਾਲ ਰਪਚਰ ਹੋ ਗਈ ਐਂਡ ਇੱਕ ਕੰਪਲੀਟ ਪੈਸੇਜ ਬਣ ਗਿਆ। ਕੰਪਲੀਟ ਪੈਸੇਜ ਜਦੋਂ ਬਣ ਗਿਆ, ਦੈਨ ਕੀ ਕਰਨਾ ਆ, ਇਹ ਜਿਹੜੀ ਤੁਸੀਂ ਦੇਖਿਆ ਹੋਣਾ ਨੈਕ ਹੈ, ਨੈਕ ਇੱਕ ਸਪਰਿੰਗ ਲਾਈਕ ਸਟਰਕਚਰ ਲੱਗ ਰਿਹਾ ਆਪਾਂ ਨੂੰ, ਹਨਾ, ਸਪਰਿੰਗ ਹੁੰਦਾ ਜਿੱਦਾਂ। ਸੋ ਸਿਮਿਲਰਲੀ ਸਪਰਿੰਗ ਲਾਈਕ ਸਟਰਕਚਰ ਹੈ ਇਹ। ਜਦੋਂ ਇਹ ਪੈਸੇਜ ਕ੍ਰੀਏਟ ਹੋ ਜਾਂਦਾ ਹੈ ਤੇ ਨੈਕ ਹੈ, ਨੈਕ ਕੰਪਰੈਸ ਹੋ ਜਾਂਦੀ ਹੈ, ਜਿੱਦਾਂ ਕੋਈ ਸਪਰਿੰਗ ਹੈ, ਸਪਰਿੰਗ ਨੂੰ ਆਪਾਂ ਕੰਪਰੈਸ ਕਰੀਏ ਤਾਂ ਇਹ ਨੈਕ ਕੰਪਰੈਸ ਹੋ ਕੇ ਸਿਗਨਲ ਦਿੰਦੀ ਹੈ ਉੱਪਰ ਹੈਡ ਨੂੰ। ਹੈਡ ਦੇ ਵਿੱਚ ਜਿਹੜਾ ਤੁਹਾਡਾ ਡੀਐਨਏ ਪਿਆ, ਜੈਨੇਟਿਕ ਮਟੀਰੀਅਲ ਹੈ, ਉਹਨੂੰ ਸਿਗਨਲ ਮਿਲ ਜਾਂਦਾ ਹੈ ਔਰ ਉਹ ਕੀ ਹੈ, ਇਥੋਂ ਮੂਵ ਹੋਣਾ ਸਟਾਰਟ ਹੋ ਜਾਂਦਾ ਹੈ। ਜਿੱਦਾਂ ਹੀ ਮੂਵ ਹੁੰਦਾ ਆ, ਇਸ ਪੈਸੇਜ ਦੇ ਥਰੂ ਮੂਵ ਹੋ ਕੇ ਉਹ ਬੈਕਟੀਰੀਅਲ ਸੈੱਲ ਦੇ ਅੰਦਰ ਇੰਜੈਕਟ ਹੋ ਜਾਂਦਾ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਬਾਕੀ ਸਾਰਾ ਪਾਰਟ, ਜਿੰਨੀ ਵੀ ਪ੍ਰੋਟੀਨ ਪਾਰਟ ਸੀ, ਪ੍ਰੋਟੀਨ ਪਾਰਟੀਕਲ ਸੀ, ਹੈਡ ਤੋਂ ਲੈ ਕੇ ਨੈਕ, ਫਾਈਬਰ, ਐਂਡ ਪਲੇਟ, ਇਹ ਸਾਰੇ ਬਾਹਰ ਹੀ ਰਹਿ ਗਏ, ਬੈਕਟੀਰੀਅਲ ਸੈੱਲ ਦੇ ਬਾਹਰ ਹੀ ਨੇ। ਸਿਰਫ ਜੈਨੇਟਿਕ ਮਟੀਰੀਅਲ ਉਹਨੇ ਅੰਦਰ ਇੰਜੈਕਟ ਕੀਤਾ ਹੈ। ਠੀਕ ਹੈ, ਇਹ ਡਿਟੇਲ ਚ ਆਪਾਂ ਕਰਾਂਗੇ ਲਾਈਫ ਸਾਈਕਲ ਦੇ ਵਿੱਚ। ਅਗੇ ਲਿਟਿਕ ਐਂਡ ਲਾਈਸੋਜੈਨਿਕ ਸਾਈਕਲ ਹੈ ਇਹਦਾ ਬੈਕਟੀਰੀਓਫੇਜ ਦਾ, ਉਹਦੇ ਵਿੱਚ ਆਪਾਂ ਡਿਟੇਲ ਚ ਸਟੱਡੀ ਕਰਨਾ ਹੈ ਕਿ ਹਾਊ these bacteriophage infect bacterial cells and how they multiply inside the bacterial cell। ਸੋ ਉਹਦੇ ਵਿੱਚ ਸਾਰੇ ਅਸੀਂ ਸਟੈਪਸ ਕਰਾਂਗੇ। ਜਸਟ ਇਹਦੇ ਵਿੱਚ ਮੈਂ ਤੁਹਾਨੂੰ ਸਿਰਫ ਸਟਰਕਚਰ ਦੱਸਣਾ ਚਾਹੁੰਦੀ ਸੀ ਕਿ ਜਿਹੜਾ ਬੈਕਟੀਰੀਓਫੇਜ ਹੈ ਉਹਦਾ ਸਟਰਕਚਰ ਕੀ ਹੈ। ਤੁਹਾਡੀ +1 ਦੀ ਬੁੱਕ ਦੇ ਵਿੱਚ ਬਹੁਤ ਅੱਛਾ ਸਟਰਕਚਰ ਦਿੱਤਾ ਹੋਇਆ, ਉਹਨੂੰ ਵੀ ਪੜ੍ਹ ਲਿਓ ਇੱਕ ਵਾਰੀ। ਸੋ ਬੈਕਟੀਰੀਓਫੇਜ ਦਾ ਸਟਰਕਚਰ ਕੀ ਹੈ, ਟੈਡਪੋਲ ਲਾਈਕ ਸਟਰਕਚਰ ਹੈ which has basically two main parts, head and tail। ਬਟ ਇੱਕ ਇਹਦੇ ਵਿੱਚ ਸੈਂਟਰ ਚ ਨੈਕ ਵੀ ਹੈਗੀ ਹੈ, ਹੈਡ, ਨੈਕ ਐਂਡ ਟੇਲ। ਠੀਕ ਹੈ, ਹੈਡ ਜਿਹੜਾ ਹੈਗਾ ਇਹ ਪੋਲੀਹਿਡਰਲ ਬੋਡੀ ਹੈ। ਓਕੇ, ਪੋਲੀਹਿਡਰਲ ਸਮਝਦੇ ਹੋ ਨਾ, ਵਿਚ ਹੈਜ਼ ਮੈਨੀ ਫੇਸਿਸ। ਹੈਗਜ਼ਾਗੋਨਲ 6 ਫੇਸ ਹੁੰਦੇ ਨੇ, ਆਕਟਾਗੋਨਲ 8 ਫੇਸ ਨੇ ਇਹਦੇ। ਪੋਲੀਹਿਡਰਲ ਮੀਨਸ ਮੈਨੀ ਫੇਸਿਸ। ਸੋ ਇਸ ਟਾਈਪ ਦਾ ਸਟਰਕਚਰ ਹੈ ਜਿਹਦੇ ਵਿੱਚ ਦਿਸ ਆਊਟਰ ਫੇਸ is made up of is called capsid and it is made up of protein or capsomeres। then ਇਹ ਆ ਗਈ neck, neck ਤੋਂ ਬਾਅਦ ਆ ਗਿਆ ਇਹ sheath। ਇਹ ਸਾਰੇ ਬਾਹਰ ਵਾਲੇ ਜੋ ਵੀ ਸਟਰਕਚਰ ਹੈ ਪ੍ਰੋਟੀਨ ਦੇ ਬਣੇ ਹੋਏ ਨੇ। ਠੀਕ ਹੈ, ਸ਼ੀਟ ਤੋਂ ਬਾਅਦ then ਆ ਗਿਆ ਇਹ ਬੇਸਲ ਪਲੇਟ। ਬੇਸਲ ਪਲੇਟ ਤੋਂ 6 ਟੇਲ ਫਾਈਬਰ ਇਮਰਜ ਹੁੰਦੇ ਨੇ ਐਂਡ 6 ਹੀ ਇਹਦੇ ਵਿੱਚ ਇਹ ਸਪਾਈਕਸ ਜਿਹੀਆਂ ਹੁੰਦੀਆਂ ਨੇ, 6 ਸਪਾਈਕਸ ਹੁੰਦੀਆਂ ਨੇ ਜਿਹੜੀਆਂ ਕਿ ਟੇਲ ਫਾਈਬਰ ਕੀ ਹੈ, ਅਟੈਚਮੈਂਟ ਦੇ ਵਿੱਚ ਹੈਲਪ ਕਰ ਰਹੇ ਹੈ ਐਂਡ ਸਪਾਈਕਸ ਨੇ ਜਿਹੜੀਆਂ ਇਹ ਵਾਲੀਆਂ ਐਂਡ ਪਲੇਟ ਦੇ ਉੱਪਰ, ਇਹ ਕੀ ਹੈ, ਸੈੱਲ ਵਾਲ ਨੂੰ ਰਪਚਰ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਠੀਕ ਹੈ,